ਅੱਜ ਅਸੀਂ ਆਪਣੀ ਇਕਨੋਮਿਕਸ ਦੀ ਜਿਹੜੀ ਵੀਡੀਓ ਕੰਟੀਨਿਊ ਕਰਾਂਗੇ, ਜਿਹਦੇ ਵਿੱਚ ਅਸੀਂ ਚੈਪਟਰ 4 ਕਰ ਰਹੇ ਸੀ ਥਿਊਰੀ ਆਫ ਡਿਮਾਂਡ। ਪ੍ਰੀਵੀਅਸ ਵੀਡੀਓ ਅਸੀਂ ਡਿਸਕਸ ਕੀਤਾ ਸੀਗਾ ਇੰਡੀਵਿਜੂਅਲ ਡਿਮਾਂਡ ਫੰਕਸ਼ਨ ਬਾਰੇ। ਅੱਜ ਅਸੀਂ ਡਿਸਕਸ ਕਰਾਂਗੇ ਮਾਰਕੀਟ ਡਿਮਾਂਡ ਫੰਕਸ਼ਨਸ ਬਾਰੇ। ਕਿਹੜੇ ਫੈਕਟਰ ਆ, ਕਿਹੜੇ ਡਿਟਰਮੀਨੈਂਟਸ ਆ ਜਿਹੜੇ ਕਿ ਮਾਰਕੀਟ ਡਿਮਾਂਡ ਨੂੰ ਕੀ ਆ ਇਨਫਲੂਐਂਸ ਕਰਦੇ ਆ, ਪ੍ਰਭਾਵਿਤ ਕਰਦੇ ਆ। ਹਾਂਜੀ ਬੇਟਾ, ਕੀ ਹੁੰਦੇ ਆ ਮਾਰਕੀਟ ਡਿਮਾਂਡ ਫੰਕਸ਼ਨ? ਕੀ ਹੁੰਦੇ ਆ ਬੇਟਾ? ਫੰਕਸ਼ਨਲ ਰਿਲੇਸ਼ਨਸ਼ਿਪ ਬਿਟਵੀਨ ਟੋਟਲ ਡਿਮਾਂਡ for a specific commodity made by all the consumers present in the market and various factors affecting that demand। ਹਾਂਜੀ ਬੇਟਾ, ਮਾਰਕੀਟ ਡਿਮਾਂਡ ਫੰਕਸ਼ਨ ਹੁੰਦੇ ਜਿਹੜੇ ਇਹ ਐਕਸਪ੍ਰੈਸ ਕਰਦੇ ਆ, ਮਤਲਬ ਕਿ ਦਰਸਾਉਂਦੇ ਆ ਕਿ ਜਿਹੜੀ ਕੁੱਲ ਮੰਗ ਕੀਤੀ ਜਾਂਦੀ ਆ ਸਾਰੇ ਕਸਟਮਰਸ ਦੁਆਰਾ, ਸਾਰੇ ਕੰਜ਼ਿਊਮਰਸ ਦੁਆਰਾ ਮਾਰਕੀਟ ਵਿੱਚ, ਉਹ ਕਿਹੜੇ ਜਿਹੜੇ ਉਹਨਾਂ ਦੀ ਮੰਗ ਨੂੰ ਫੈਕਟਰ ਪ੍ਰਭਾਵਿਤ ਕਰਦੇ ਆ। ਦੂਸਰੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਮਾਰਕੀਟ ਡਿਮਾਂਡ ਫੰਕਸ਼ਨ ਕੀ ਐਕਸਪਲੇਨ ਕਰਦਾ ਵਾ, ਕਿਹੜੇ ਫੈਕਟਰ ਆ ਜਿਹੜੇ ਮਾਰਕੀਟ ਡਿਮਾਂਡ ਨੂੰ ਪ੍ਰਭਾਵਿਤ ਕਰਨਗੇ। ਹਾਂਜੀ, ਇਹਦੇ ਵਿੱਚ ਦੇਖਾਂਗੇ ਬੱਚੇ ਕਿਹੜੀਆਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਪ੍ਰਭਾਵਿਤ ਕਰਦੀਆਂ ਵਾ। ਫਸਟ ਸਾਡਾ MD ਮੀਨਸ ਕਿ ਮਾਰਕੀਟ ਡਿਮਾਂਡ, ਆ F ਮੀਨਸ ਫੰਕਸ਼ਨ, P ਆ ਜਿਹੜਾ ਸਾਡਾ ਇਹ ਹੈਗਾ ਪ੍ਰਾਈਸ X ਕਮੋਡਿਟੀ ਦਾ, PR ਮੀਨਸ ਕਿ ਪ੍ਰਾਈਸ ਆਫ ਰਿਲੇਟਡ ਗੁੱਡਸ, Y ਮੀਨਸ ਇਨਕਮ, C ਆ ਜਿਹੜਾ ਸਾਡਾ ਬੇਟਾ ਇਹ ਆ ਜਾਂਦਾ ਵਾ ਕੰਜ਼ਿਊਮਰਸ ਪ੍ਰੈਫਰੈਂਸ। ਕੰਜ਼ਿਊਮਰ ਪ੍ਰੈਫਰੈਂਸ ਮੀਨਸ ਕਿ ਜਿਹਦੇ ਵਿੱਚ ਕੰਜ਼ਿਊਮਰ ਦੀਆਂ ਆਪਣੀਆਂ ਪਹਿਲ ਕਦਮੀਆਂ ਹੁੰਦੀਆਂ ਵੀ ਉਹਨੇ ਕੀ ਲੈਣਾ ਕੀ ਨਹੀਂ ਲੈਣਾ। ਫਸਟ ਵਿੱਚ ਆ ਜਾਂਦਾ ਸਾਡਾ ਬੇਟਾ ਸਾਈਜ਼ ਆਫ ਪੋਪੂਲੇਸ਼ਨ, ਠੀਕ ਆ। ਨੈਕਸਟ ਸਾਡਾ ਆ ਜਾਂਦਾ ਇਨਕਮ, ਠੀਕ ਆ। ਨੈਕਸਟ ਸਾਡਾ ਆ ਜਾਂਦਾ ਵਾ ਟੈਕਸ ਪਾਲਿਸੀ ਆਫ ਦ ਗਵਰਨਮੈਂਟ, ਠੀਕ। ਅਸੀਂ ਅੱਗੇ ਦੇਖਾਂਗੇ ਇਹਦੇ ਵਿੱਚ ਸਾਈਜ਼ ਆਫ ਪੋਪੂਲੇਸ਼ਨ। ਮੇਨ ਡਿਟਰਮੀਨੈਂਟਸ ਬੇਟਾ ਜਿਹੜਾ ਹੁੰਦਾ ਮਾਰਕੀਟ ਡਿਮਾਂਡ ਦਾ ਕਿਸੇ ਦੇਸ਼ ਵਿੱਚ, ਉਹ ਹੁੰਦਾ ਵਾ ਸਾਈਜ਼ ਆਫ ਪੋਪੂਲੇਸ਼ਨ, ਮਤਲਬ ਕਿ ਜਨਸੰਖਿਆ ਕਿੰਨੀ ਆ। ਇਫ ਦ ਪੋਪੂਲੇਸ਼ਨ ਆਫ ਦੈਟ ਕੰਟਰੀ ਇਜ਼ ਲਾਰਜ, ਜੇਕਰ ਉਸ ਦੇਸ਼ ਦੀ ਜਿਹੜੀ ਜਨਸੰਖਿਆ ਉਹ ਜ਼ਿਆਦਾ ਵਾ, ਪੀਪਲਸ ਨੀਡ ਵਿਲ ਬੀ ਮੋਰ, ਤਾਂ ਲੋਕਾਂ ਦੀਆਂ ਜ਼ਰੂਰਤਾਂ ਵੀ ਜ਼ਿਆਦਾ ਹੋਣਗੀਆਂ, ਐਂਡ ਹੈਂਸ ਦਾ ਡਿਮਾਂਡ ਵਿਲ ਆਲਸੋ ਬੀ ਹਾਈ, ਤਾਂ ਜਿਹੜੀ ਮੰਗ ਹੋਊਗੀ ਉਹ ਵੀ ਜ਼ਿਆਦਾ ਹੋਊਗੀ। ਇਨ ਦਾ ਪੋਪੂਲੇਸ਼ਨ ਆਫ ਦ ਕੰਟਰੀ ਇਜ਼ ਸਮਾਲ, ਜੇਕਰ ਦੇਸ਼ ਦੀ ਜਨਸੰਖਿਆ ਘੱਟ ਹੋਊਗੀ, ਪੀਪਲਸ ਨੀਡ ਵਿਲ ਬੀ ਲਿਮਿਟਡ, ਮਤਲਬ ਕਿ ਲੋਕਾਂ ਦੀਆਂ ਜਿਹੜੀਆਂ ਲੋੜਾਂ ਹੋਣਗੀਆਂ ਉਹ ਘੱਟ ਹੋਣਗੀਆਂ, ਲਿਮਿਟਡ ਹੋਣਗੀਆਂ, ਐਂਡ ਡਿਮਾਂਡ ਵਿਲ ਬੀ ਲੋ, ਤਾਂ ਉਹਨਾਂ ਦੀ ਮੰਗ ਵੀ ਘੱਟ ਹੋਊਗੀ। Even the composition of population will also influence the market demand। composition ਹੁੰਦਾ ਮਤਲਬ ਕਿ ਬਣਤਰ, ਠੀਕ ਆ। population ਦੀ ਬਣਤਰ ਕਿਸ ਤਰ੍ਹਾਂ ਦੀ ਆ, ਉਹ ਵੀ ਹੈ ਜਿਹੜੀ ਕੀ ਆ ਮਾਰਕੀਟ ਡਿਮਾਂਡ ਨੂੰ ਪ੍ਰਭਾਵਿਤ ਕਰਦੀ ਹੈ। if the proportion of the old people in the total population is large, ਮਤਲਬ ਕਿ ਜੇਕਰ ਬਜ਼ੁਰਗ ਲੋਕਾਂ ਦੀ ਜਿਹੜੀ ਜਨਸੰਖਿਆ ਉਹ ਜ਼ਿਆਦਾ ਹੋਊਗੀ, ਠੀਕ ਆ। the demand for such commodities which are consumed by old people will be high, ਤਾਂ ਜਿਹੜੇ ਬਜ਼ੁਰਗ ਲੋਕਾਂ ਦੁਆਰਾ ਵਸਤੂਆਂ ਦੀ ਮੰਗ ਕੀਤੀ ਜਾਊਗੀ ਉਹ ਜ਼ਿਆਦਾ ਹੋਊਗੀ। ਮੀਨਸ ਕਿ ਜਿਵੇਂ ਮੈਡੀਸਨਸ ਹੋਣਗੀਆਂ ਜਿਹੜੀਆਂ ਓਲਡ ਏਜਡ ਲੋਕ ਯੂਜ਼ ਕਰਦੇ ਆ, ਠੀਕ ਆ, ਜਾਂ ਸਟਿਕਸ ਹੋਣਗੀਆਂ ਜਿਹੜੀਆਂ, ਠੀਕ ਆ, ਲਾਠੀ ਵਗੈਰਾ ਹੁੰਦੀ ਉਹ ਯੂਜ਼ ਕਰਦੇ ਆ, ਜਾਂ ਹੋਰ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੇਟਾ ਬਜ਼ੁਰਗਾਂ ਦੁਆਰਾ ਯੂਜ਼ ਕੀਤੀਆਂ ਜਾਣਗੀਆਂ, ਉਹਨਾਂ ਦੀ ਡਿਮਾਂਡ ਜ਼ਿਆਦਾ ਹੋਊਗੀ। ਇਹਦੇ ਉਲਟ ਜੇਕਰ ਕਿਸੇ ਦੇਸ਼ ਦੀ ਜਨਸੰਖਿਆ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਊਗੀ, ਤਾਂ ਉੱਥੋਂ ਦੀ ਜਿਹੜੇ ਦੇਸ਼ ਦੇ ਲੋਕ ਆ ਉਹ ਕੀ ਆ ਜ਼ਿਆਦਾਤਰ ਬੱਚਿਆਂ ਦੇ ਪ੍ਰੋਡਕਟ ਜਿਹੜੇ ਉਹ ਯੂਜ਼ ਕਰਨਗੇ, ਠੀਕ ਜੀ। ਡਿਸਟ੍ਰੀਬਿਊਸ਼ਨ ਆਫ ਇਨਕਮ, ਇਫ ਦੇਰ ਇਜ਼ ਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ ਇਨ ਦਾ ਕੰਟਰੀ, ਜੇਕਰ ਸਮਾਨ ਜਿਹੜੀ ਵੰਡ ਹੋਊਗੀ ਆਮਦਨ ਦੀ ਲੋਕਾਂ ਵਿੱਚ, ਤਾਂ ਮਾਰਕੀਟ ਡਿਮਾਂਡ ਜਿਹੜੀ ਬੇਟਾ ਕੁੱਲ ਮੰਗ ਆ, ਜਿਹੜੀ ਮਾਰਕੀਟ ਮੰਗ ਆ ਉਹ ਕੀ ਆ ਜ਼ਿਆਦਾ ਹੋਊਗੀ। ਦਿਸ ਇਜ਼ ਸੋ ਬਿਕੋਜ਼ ਦਾ ਪੂਅਰ ਵਿਲ ਆਲਸੋ ਹੈਵਿੰਗ ਸਫੀਸ਼ੀਐਂਟ ਇਨਕਮ ਐਂਡ ਵੈਨ ਦਿਸ ਵਿਲ ਸਪੈਂਡ ਦੇਅਰ ਇਨਕਮ। ਇਹ ਤਾਂ ਕਰਕੇ ਹੋਊਗਾ ਕਿਉਂਕਿ ਜੇ ਜਿਹੜੇ ਗਰੀਬ ਲੋਕ ਹੋਣਗੇ ਬੇਟਾ ਉਹਨਾਂ ਕੋਲ ਵੀ ਇੰਨਾ ਕੁ ਪੈਸਾ ਹੋਊਗਾ ਕਿ ਉਹ ਆਪਣੀ ਆਮਦਨ ਆ ਜਿਹੜੀ ਉਹ ਖਰਚ ਸਕਣਗੇ ਤੇ ਆਪਣੀ ਮੰਗ ਨੂੰ ਵਧਾ ਸਕਣਗੇ। ਬਟ ਇਫ ਦੇਅਰ ਇਜ਼ ਡਿਸਟ੍ਰੀਬਿਊਸ਼ਨ ਆਫ ਹਿਜ਼ ਇਨਕਮ ਇਜ਼ ਅਨਈਕੁਅਲ, ਮਤਲਬ ਕਿ ਜੇਕਰ ਸਾਡੇ ਦੇਸ਼ ਵਿੱਚ ਜਿਹੜੀ ਆਮਦਨ ਦੀ ਵੰਡ ਆ ਉਹ ਕੀ ਆ ਇਕੁਅਲ ਨਹੀਂ ਹੈਗੀ, ਇੱਕੋ ਜਿਹੀ ਨਹੀਂ ਹੈਗੀ, ਲਾਰਜ ਪਾਰਟ ਆ ਜਿਹੜਾ ਇਨਕਮ ਦਾ ਬੇਟਾ ਆਮਦਨ ਦਾ ਉਹ ਕੀ ਆ ਕੁਝ ਅਮੀਰ ਲੋਕਾਂ ਦੇ ਹੱਥ ਵਿੱਚ ਹੋਊਗਾ, ਤਾਂ ਇਹਦੇ ਨਾਲ ਕੀ ਹੋਊਗਾ ਸਾਡੀ ਮੰਗ ਕੀ ਹੋਊਗੀ ਘੱਟ ਹੋਊਗੀ, ਠੀਕ ਆ। ਨੈਕਸਟ ਸਾਡਾ ਆ ਗਿਆ ਟੈਕਸ ਪਾਲਿਸੀ ਆਫ ਦਾ ਗਵਰਨਮੈਂਟ। ਸਰਕਾਰ ਦੀ ਜਿਹੜੀ ਕਰ ਨੀਤੀ ਕਿਸ ਤਰ੍ਹਾਂ ਦੀ ਹੈ, ਟੈਕਸ ਨੀਤੀ ਕਿਸ ਤਰ੍ਹਾਂ ਦੀ ਆ। ਦ ਗਵਰਨਮੈਂਟ ਆਫ ਐਨੀ ਕੰਟਰੀ ਇੰਪੋਜ਼ਸ ਵੇਰੀਅਸ ਟੈਕਸਸ ਟੂ ਮੀਟ ਇਟਸ ਐਕਸਪੈਂਸਿਸ, ਮਤਲਬ ਕਿ ਕਿਸੇ ਦੇਸ਼ ਦੀ ਜਿਹੜੀ ਸਰਕਾਰ ਆ ਬੇਟਾ ਉਹ ਕੀ ਆ ਆਪਣੇ ਖਰਚੇ ਪੂਰੇ ਕਰਨ ਲਈ ਬਹੁਤ ਸਾਰੇ ਟੈਕਸ ਲਗਾਉਂਦੀ ਆ। ਟੈਕਸਸ ਆਰ ਟੂ ਟਾਈਪਸ, ਦੋ ਤਰ੍ਹਾਂ ਦੇ ਟੈਕਸਸ ਹੁੰਦੇ ਆ, ਡਾਇਰੈਕਟ ਟੈਕਸਸ ਹੁੰਦੇ ਆ, ਇਨਡਾਇਰੈਕਟ ਟੈਕਸਸ ਹੁੰਦੇ ਆ। ਇਫ ਗਵਰਨਮੈਂਟ ਇੰਪੋਜ਼ਸ ਮੋਰ ਡਾਇਰੈਕਟ ਟੈਕਸਸ, ਜੇਕਰ ਕੀ ਆ ਸਰਕਾਰ ਡਾਇਰੈਕਟ ਐਕਸਪੈਂਸਿਸ ਜ਼ਿਆਦਾ ਲਾਉਂਦੀ ਆ, ਤਾਂ ਡਿਸਪੋਜ਼ੇਬਲ ਇਨਕਮ ਆਫ ਦਾ ਕੰਜ਼ਿਊਮਰ ਇਜ਼ ਰਿਡਿਊਸ, ਤਾਂ ਜਿਹੜੀ ਲੋਕਾਂ ਕੋਲ ਬੇਟਾ ਜਿਹੜੀ ਖਰਚਣ ਲਈ ਆਮਦਨ ਹੋਊਗੀ ਉਹ ਘਟ ਜਾਊਗੀ, ਠੀਕ ਆ। ਇਫ ਗਵਰਨਮੈਂਟ ਇੰਪੋਜ਼ਸ ਮੋਰ ਇਨਡਾਇਰੈਕਟ ਟੈਕਸਸ, ਜੇਕਰ
ਸਰਕਾਰ ਕੀ ਆ ਇਨਡਾਇਰੈਕਟ ਟੈਕਸ ਜ਼ਿਆਦਾ ਲਾਉਂਦੀ ਆ ਤਾਂ ਪ੍ਰਾਈਸਸ ਕੀ ਹੋ ਜਾਣਗੇ ਬੇਟਾ, ਪ੍ਰਾਈਸਸ ਰਾਈਜ਼ ਐਜ਼ ਇਨਡਾਇਰੈਕਟ ਟੈਕਸ ਇਨਕਲੂਡਡ ਇਨ ਪ੍ਰਾਈਸ, ਕਿਉਂਕਿ ਜਿਹੜੇ ਇਨਡਾਇਰੈਕਟ ਟੈਕਸ ਹੁੰਦੇ ਆ ਉਹ ਪੇ ਕੀ ਆ ਪ੍ਰੋਡਿਊਸਰ ਦੁਆਰਾ ਮਤਲਬ ਕਿ ਕੰਜ਼ਿਊਮਰ ਦੁਆਰਾ ਹੀ ਕੀਤੇ ਜਾਂਦੇ ਆ। ਬੋਥ these associations lead to reduction in market demand, ਦੋਨਾਂ ਵਿੱਚ ਹੀ ਕੀ ਆ ਬੇਟਾ ਸਾਡੀ ਜਿਹੜੀ ਮਾਰਕੀਟ ਡਿਮਾਂਡ ਆ ਘਟਦੀ ਆ। On the contrary, if government imposes less taxes, ਜੇਕਰ ਸਰਕਾਰ ਘੱਟ ਟੈਕਸ ਲਗਾਊਗੀ ਤਾਂ ਇਹਦੇ ਨਾਲ ਸਾਡੀ ਮਾਰਕੀਟ ਡਿਮਾਂਡ ਕੀ ਹੋਊਗੀ, ਇਨਕਰੀਜ਼। ਜਿਹੜਾ ਅਸੀਂ ਉੱਪਰ ਐਨਾਲਿਸਿਸ ਕੀਤਾ ਮੀਨਸ ਕਿ ਜਿਹੜਾ ਵਿਸ਼ਲੇਸ਼ਣ ਕੀਤਾ ਇਹਦੇ ਤੋਂ ਇਹੀ ਕਲੀਅਰ ਹੁੰਦਾ ਵਾ ਜਿਹੜੇ ਕਿ ਮਾਰਕੀਟ ਫੈਕਟਰਸ ਹੁੰਦੇ ਆ ਬੇਟਾ, ਮਾਰਕੀਟ ਡਿਮਾਂਡ ਫੰਕਸ਼ਨਸ ਹੁੰਦੇ ਆ, ਇਹ ਸਾਨੂੰ ਨੌਲੇਜ ਦਿੰਦੇ ਆ ਵੀ ਕਿਹੜੀ ਜਦੋਂ ਸਰਕਾਰ ਪਾਲਿਸੀ ਬਣਾਉਂਦੀ ਆ ਕੋਈ ਵੀ, ਜਿਵੇਂ ਟੈਕਸ ਇੰਪੋਜ਼ ਕਰਦੀ ਆ, ਠੀਕ ਆ, ਜਾਂ ਡਿਸਟ੍ਰੀਬਿਊਸ਼ਨ ਆਫ ਇਨਕਮ ਕਰਦੀ ਆ, ਤਾਂ ਉਹ ਧਿਆਨ ਚ ਰੱਖਦੇ ਵੀ ਕਿਹੜੇ ਕਿਹੜੇ ਜਿਹੜੇ ਫੈਕਟਰਸ ਆ ਉਹ ਮਾਰਕੀਟ ਡਿਮਾਂਡ ਨੂੰ ਪ੍ਰਭਾਵਿਤ ਕਰ ਸਕਦੇ ਆ। ਓਕੇ।